हाँ जी स्टूडेंट्स, ਤੁਹਾਡਾ ਸਭ ਦਾ ਸਵਾਗਤ ਹੈ ਸਮਾਰਟ ਸਟਾਰਟ ਅਕੈਡਮੀ ਦੇ YouTube ਚੈਨਲ K.05 ਦੇ ਵਿੱਚ। ਆਪਾਂ ETT ਕੈਡਰ 994 ਪੋਸਟਾਂ ਦੀ ਪ੍ਰੈਪਰੇਸ਼ਨ ਸਟਾਰਟ ਕੀਤੀ ਹੋਈ ਹੈ। ਆਪਣਾ ਪੋਲੀਟੀਕਲ ਸਾਇੰਸ ਦਾ ਫਰਸਟ ਲੈਕਚਰ ਲੱਗ ਚੁੱਕਿਆ ਹੈ, ਜਿਹਦੇ ਵਿੱਚ ਆਪਾਂ ਲੋਕਤੰਤਰ ਦੇ ਬਾਰੇ ਜਾਣਿਆ ਸੀ ਕਿ ਲੋਕਤੰਤਰ ਹੈ ਕੀ ਤੇ ਇਹਦੀ ਇੰਪੋਰਟੈਂਸ ਕੀ ਹੈ, ਲੋਕਤੰਤਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਉਂਦੀਆਂ ਹੈ। ਅੱਜ ਆਪਣਾ ਸੈਕੰਡ ਲੈਕਚਰ ਹੈ ਪੋਲੀਟੀਕਲ ਸਾਇੰਸ ਦਾ। ਇਹਦੇ ਵਿੱਚ ਆਪਾਂ ਪੜ੍ਹਾਂਗੇ ਕਿ ਭਾਰਤੀ ਲੋਕਤੰਤਰ ਦੀ ਸਥਾਪਨਾ ਕਦੋਂ ਹੋਈ, ਕਿਵੇਂ ਹੋਈ ਤੇ ਉਹਦਾ ਸਰੂਪ ਕਿਵੇਂ ਬਣਿਆ ਤੇ ਉਹਦਾ ਸਰੂਪ ਹੈ ਕੀ। ਸੋ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ, ਬੈਲ ਆਈਕਨ 'ਤੇ ਕਲਿੱਕ ਕਰ ਦਿਓ। ਤੇ ਜਿਹੜੇ ਬੱਚੇ ਸਾਡਾ WhatsApp ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਉਹ ਸਕਰੀਨ 'ਤੇ ਦਿੱਤੇ ਹੋਏ ਨੰਬਰਸ 'ਤੇ ਕੰਟੈਕਟ ਕਰ ਸਕਦੇ ਹੈ, WhatsApp 'ਤੇ ਮੈਸੇਜ ਕਰ ਸਕਦੇ ਹੋ। ਤਾਂ ਚਲੋ ਅੱਜ ਦਾ ਲੈਕਚਰ ਸਟਾਰਟ ਕਰਦੇ ਹਾਂ। ਆਪਣਾ ਅੱਜ ਦਾ ਟੌਪਿਕ ਹੈ ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ। ਤੋਂ ਸਭ ਤੋਂ ਪਹਿਲਾਂ ਜੋ ਭਾਰਤੀ ਲੋਕਤੰਤਰ ਹੈ ਉਹ ਸ਼ੁਰੂ ਕਿੱਥੋਂ ਹੁੰਦਾ ਹੈ। ਲੋਕਤੰਤਰ ਤੋਂ ਆਪਾਂ ਪੜ੍ਹਿਆ ਸੀ ਮਤਲਬ ਹੈ ਕਿ ਲੋਕਾਂ ਦੀ, ਲੋਕਾਂ ਲਈ ਤੇ ਲੋਕਾਂ ਰਾਹੀਂ ਸਰਕਾਰ। ਸੋ ਇਹ ਜਿਹੜੀ ਸਰਕਾਰ ਬਣਦੀ ਹੈ ਇਹ ਕੀ ਹੈ, ਦੇਸ਼ ਨੂੰ ਚਲਾਉਂਦੀ ਹੈ। ਸੋ ਦੇਸ਼ ਨੂੰ ਕੁਝ ਨਿਯਮਾਂ ਦੇ ਆਧਾਰ 'ਤੇ ਹੀ ਚਲਾਇਆ ਜਾਏਗਾ, ਹੈ ਨਾ, ਕਿ ਦੇਸ਼ ਨੂੰ ਚਲਾਉਣਾ ਹੈ ਉਹਦੇ ਲਈ ਪ੍ਰੋਪਰ ਰੂਲਸ ਹੋਣੇ ਚਾਹੀਦੇ ਹੈ, ਰੈਗੂਲੇਸ਼ਨਸ ਹੋਣੇ ਚਾਹੀਦੇ ਹੈ। ਸੋ ਉਹ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਹੈ ਉਹ ਕੀ ਹੈ, ਸੰਵਿਧਾਨ ਕਹਾਉਂਦੇ ਹੈ। ਸੰਵਿਧਾਨ ਦੇ ਅਕੋਰਡਿੰਗ ਹੀ ਆਪਣਾ ਸਾਰਾ ਦੇਸ਼ ਦਾ ਕੀ ਹੈ ਸਿਸਟਮ ਚੱਲਦਾ ਹੈ, ਲੋਕਤੰਤਰ ਚੱਲਦਾ ਹੈ। ਸੋ ਭਾਰਤੀ ਲੋਕਤੰਤਰ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਸੰਵਿਧਾਨ ਤੋਂ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ ਸੰਵਿਧਾਨ ਹੈ ਕੀ। ਸੋ ਸੰਵਿਧਾਨ ਕੀ ਹੈ, ਨਿਯਮਾਂ ਦਾ ਸੰਗ੍ਰਹਿ ਜਿਨ੍ਹਾਂ ਦੇ ਆਧਾਰ 'ਤੇ ਦੇਸ਼ ਜਾਂ ਰਾਜ ਦਾ ਕੀ ਹੈ ਪ੍ਰਬੰਧ ਚਲਾਇਆ ਜਾਂਦਾ ਹੈ, ਉਸਨੂੰ ਕੀ ਹੈ ਸੰਵਿਧਾਨ ਕਹਿੰਦੇ ਹਨ। ਜਿਹੜੇ ਸੰਵਿਧਾਨ ਦੇ ਅੰਦਰ ਨਿਯਮ ਹੈ, ਕਾਨੂੰਨ ਹੈ, ਉਹਨਾਂ ਦੇ ਆਧਾਰ 'ਤੇ ਹੀ ਜਿਹੜੀ ਸਰਕਾਰ ਹੈ, ਆਪਾਂ ਜੋ ਚੁਣਦੇ ਹਾਂ ਸਰਕਾਰ, ਉਹ ਕੀ ਹੈ ਦੇਸ਼ ਦਾ ਕਾਨੂੰਨ ਚਲਾਉਂਦੀ ਹੈ, ਦੇਸ਼ ਨੂੰ ਚਲਾਉਂਦੀ ਹੈ ਉਹਨਾਂ ਨਿਯਮਾਂ ਦੇ ਆਧਾਰ 'ਤੇ। ਸੋ ਭਾਰਤੀ ਲੋਕਤੰਤਰ ਦੀ ਜਿਹੜਾ ਆਧਾਰ ਹੈ ਭਾਰਤੀ ਲੋਕਤੰਤਰ ਦਾ ਉਹ ਕੀ ਹੈ, ਸੰਵਿਧਾਨ ਹੈ। ਸੋ ਸੰਵਿਧਾਨ ਕੀ ਹੈ, ਸੰਵਿਧਾਨ ਦੇ ਵਿੱਚ ਕੀ ਹੈ ਸਾਰੇ ਨਿਯਮ ਹੈ, ਕਾਨੂੰਨ ਹੈ, ਜਿਨ੍ਹਾਂ ਦੇ ਅਕੋਰਡਿੰਗ ਦੇਸ਼ ਚੱਲੇਗਾ, ਜਿਨ੍ਹਾਂ ਦੇ ਅਕੋਰਡਿੰਗ ਦੇਸ਼ ਦੇ ਵਿੱਚ ਕੀ ਹੈ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਉਹ ਸਾਰੀਆਂ ਚੀਜ਼ਾਂ ਕੀ ਹੈ ਸੰਵਿਧਾਨ ਦੇ ਵਿੱਚ ਲਿਖੀਆਂ ਹੋਈਆਂ। ਨੈਕਸਟ ਦੇਖੋ, ਸੰਵਿਧਾਨ ਦੀਆਂ ਕੁਝ ਪਰਿਭਾਸ਼ਾਵਾਂ ਦਿੱਤੀਆਂ ਹੋਈਆਂ। ਸਭ ਤੋਂ ਪਹਿਲੀ ਪਰਿਭਾਸ਼ਾ ਹੈ ਵੁਲਜੇ ਦੇ ਅਨੁਸਾਰ ਸੰਵਿਧਾਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਸਰਕਾਰ ਦੀਆਂ ਸ਼ਕਤੀਆਂ, ਪ੍ਰਜਾ ਦੇ ਅਧਿਕਾਰਾਂ ਅਤੇ ਇਹਨਾਂ ਦੋਹਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ। ਵੁਲਜੇ ਨੇ ਕੀ ਕਿਹਾ ਕਿ ਸੰਵਿਧਾਨ ਕੀ ਹੈ, ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਕੀ ਹੈ ਸਰਕਾਰ ਦੀਆਂ ਸ਼ਕਤੀਆਂ ਤੇ ਪ੍ਰਜਾ ਦੇ ਜਿਹੜੇ ਅਧਿਕਾਰ ਹੈ। ਸਰਕਾਰ ਕੋਲੇ ਸ਼ਕਤੀਆਂ ਕਿ ਉਹਨਾਂ ਨੇ ਕੀ ਹੈ ਦੇਸ਼ ਚਲਾਉਣਾ ਹੈ, ਤੇ ਪ੍ਰਜਾ ਕੋਲ ਜਿਹੜੇ ਅਧਿਕਾਰ ਹੈ ਉਹ, ਤੇ ਉਹਨਾਂ ਦੋਨਾਂ ਦਾ ਯਾਨੀ ਸ਼ਕਤੀਆਂ ਦਾ ਤੇ ਜਿਹੜੇ ਪ੍ਰਜਾ ਦੇ ਅਧਿਕਾਰ ਆ ਉਹਨਾਂ ਦੋਵਾਂ ਦੇ ਵਿਚਲਾ ਜਿਹੜਾ ਸੰਬੰਧ ਹੈ ਉਹ ਕੀ ਹੈ ਸੰਵਿਧਾਨ ਦੇ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ। ਯਾਨੀ ਸੰਵਿਧਾਨ ਹੀ ਕੀ ਹੈ ਸਰਕਾਰ ਨੂੰ ਗਾਈਡ ਕਰਦਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਅੱਗੇ ਪਰਸਿਊ ਕਰਨਾ ਹੈ, ਆਪਦੀਆਂ ਸ਼ਕਤੀਆਂ ਨੂੰ ਯੂਜ਼ ਕਰਨਾ ਹੈ, ਕਿਸ ਤਰ੍ਹਾਂ ਦੇਸ਼ ਚਲਾਉਣਾ ਹੈ। ਠੀਕ ਹੈ, ਤੇ ਜਿਹੜੀ ਪ੍ਰਜਾ ਹੈ, ਪ੍ਰਜਾ ਦੇ ਕੁਝ ਅਧਿਕਾਰ ਹੁੰਦੇ ਆ ਉਹ ਵੀ ਕੀ ਹੈ ਸੰਵਿਧਾਨ ਦੇ ਵਿੱਚ ਕੀ ਹੈ ਲਿਖੇ ਹੋਏ ਆ ਕਿ ਜਿਹੜੀ ਪ੍ਰਜਾ ਹੈ ਉਹ ਸਰਕਾਰ ਤੋਂ ਇਹਨਾਂ ਚੀਜ਼ਾਂ ਦੀ ਮੰਗ ਕਰ ਸਕਦੀ ਹੈ, ਜਾਂ ਫਿਰ ਪ੍ਰਜਾ ਦੇ ਕੀ ਹੈ ਇਹ ਵਾਲੇ ਅਧਿਕਾਰ ਹੈ ਜੋ ਕੀ ਹੈ ਸਰਕਾਰ ਨੂੰ ਕੀ ਹੈ ਪ੍ਰਜਾ ਨੂੰ ਦੇਣੇ ਹੀ ਪੈਂਦੇ ਹੈ। ਸੋ ਵੁਲਜੇ ਦੇ ਅਨੁਸਾਰ ਕੀ ਹੈ ਕਿ ਸੰਵਿਧਾਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਕੀ ਹੈ ਸਰਕਾਰ ਦੀਆਂ ਸ਼ਕਤੀਆਂ ਦਾ ਤੇ ਪ੍ਰਜਾ ਦੇ ਅਧਿਕਾਰਾਂ ਦਾ ਆਪਾਂ ਨੂੰ ਪਤਾ ਲੱਗਦਾ ਹੈ, ਤੇ ਇਹਨਾਂ ਦੋਨਾਂ ਦੇ ਵਿਚਕਾਰ ਸੰਬੰਧ ਕੀ ਹੈ ਇਹ ਵੀ ਸੰਵਿਧਾਨ ਦੇ ਦੁਆਰਾ ਹੀ ਨਿਸ਼ਚਿਤ ਕੀਤਾ ਜਾਂਦਾ ਹੈ। ਨੈਕਸਟ ਦੇਖੋ, ਕੂਲੇ ਨੇ ਕੀ ਕਿਹਾ। ਕੂਲੇ ਦੇ ਅਨੁਸਾਰ ਸੰਵਿਧਾਨ ਨਿਯਮਾਂ ਅਤੇ ਪਰੰਪਰਾਵਾਂ ਦਾ ਸਮੂਹ ਹੈ। ਨਿਯਮਾਂ ਤੇ ਪਰੰਪਰਾਵਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਪ੍ਰਭੂ ਸੱਤਾ ਦੀਆਂ ਸ਼ਕਤੀਆਂ ਦੀ ਸੁਭਾਵਿਕ ਰੂਪ ਵਿੱਚ ਵਰਤੋਂ ਕੀਤੀ ਜਾਂਦੀ ਹੈ। ਦੇਖੋ ਕੂਲੇ ਨੇ ਕੀ ਕਿਹਾ ਹੈ ਕਿ ਸੰਵਿਧਾਨ ਦੇ ਵਿੱਚ ਨਿਯਮ ਵੀ ਹੈ ਤੇ ਪਰੰਪਰਾਵਾਂ ਵੀ ਹੈ। ਕਿਹੋ ਜਿਹੇ ਨਿਯਮ ਤੇ ਪਰੰਪਰਾਵਾਂ ਹੈ ਜਿਹੜੇ ਕਿ ਇੱਕ ਪ੍ਰਭੂ ਸੱਤਾ ਦੀਆਂ ਸ਼ਕਤੀਆਂ ਨੂੰ ਸੁਭਾਵਿਕ ਰੂਪ ਵਿੱਚ ਵਰਤੋਂ ਕਰਨ ਦੇ ਲਈ ਸਹਾਇਕ ਹੁੰਦੇ ਆ। ਪ੍ਰਭੂ ਸੱਤਾ ਦਾ ਮਤਲਬ ਕੀ ਹੈ ਕਿ ਜਿਹੜਾ ਦੇਸ਼ ਹੈ ਉਹ ਬਾਹਰੀ ਤੌਰ 'ਤੇ ਕਿਸੇ ਵੀ ਸ਼ਕਤੀ ਦਾ ਗੁਲਾਮ ਨਹੀਂ ਹੈ। ਮਤਲਬ ਦੇਸ਼ ਦੇ ਜਿਹੜੇ ਅੰਦਰਲੇ ਲੋਕ ਹੀ ਆ ਉਹੀ ਕੀ ਹੈ ਦੇਸ਼ ਦੇ ਚਲਾਉਣ ਦੇ, ਦੇਸ਼ ਦੇ ਰਿਲੇਟਿਡ ਕੀ ਹੈ ਫੈਸਲੇ ਲੈਣਗੇ। ਸੋ ਉਸ ਪ੍ਰਭੂ ਸੱਤਾ ਨੂੰ ਕਾਇਮ ਰੱਖਣ ਲਈ
ਜਿਹੜੇ ਪਰੰਪਰਾਵਾਂ ਤੇ ਨਿਯਮ ਚਾਹੀਦੇ ਆ ਉਹਨਾਂ ਦਾ ਸਮੂਹ ਕਾਹਦੇ ਵਿੱਚ ਮਿਲੇਗਾ? ਸੰਵਿਧਾਨ ਦੇ ਵਿੱਚ ਮਿਲੇਗਾ, ਜਿਨ੍ਹਾਂ ਦੀ ਵਰਤੋਂ ਕਰਕੇ ਹੀ ਆਪਾਂ ਜਿਹੜੀ ਪ੍ਰਭੂ ਸੱਤਾ ਉਹਨੂੰ ਕੀ ਆ ਕਾਇਮ ਰੱਖ ਸਕਦੇ ਹਾਂ। ਇਹ ਸੀ ਕੂਲੇ ਦੇ ਅਨੁਸਾਰ। ਨੈਕਸਟ ਦੇਖੋ ਡਾਇਸੀ ਨੇ ਕੀ ਕਿਹਾ। ਡਾਇਸੀ ਦੇ ਅਨੁਸਾਰ ਉਹਨਾਂ ਸਾਰੇ ਨਿਯਮਾਂ ਦੇ ਸਮੂਹ ਨੂੰ ਜਿਨ੍ਹਾਂ ਦੁਆਰਾ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿੱਚ ਰਾਜ ਸੱਤਾ ਦੀ ਵੰਡ ਅਤੇ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਰਾਜ ਦਾ ਸੰਵਿਧਾਨ ਕਿਹਾ ਜਾਂਦਾ ਹੈ। ਡਾਇਸੀ ਨੇ ਕੀ ਕਿਹਾ ਕਿ ਸੰਵਿਧਾਨ ਕੀ ਹੈ? ਸੰਵਿਧਾਨ ਅਜਿਹੇ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੇ ਦੁਆਰਾ ਜਿਹੜੇ ਰਾਜ ਦੀ ਸੱਤਾ ਹੈ ਉਹਨਾਂ ਦੀ ਸੱਤਾ ਦੀ ਵੰਡ ਤੇ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਸੱਤਾ ਯਾਨੀ ਸ਼ਕਤੀ, ਕਿ ਰਾਜ ਦਾ ਜਿਹੜਾ ਸ਼ਾਸਨ ਪ੍ਰਬੰਧ ਹੈ ਉਹਦੀ ਸੱਤਾ ਕਿਹਦੇ ਹੱਥ ਵਿੱਚ ਹੈ, ਉਹ ਜਿਹੜੀ ਸੱਤਾ ਹੈ ਉਹਦੀ ਸ਼ਕਤੀਆਂ ਦੀ ਵੰਡ ਤੇ ਵਰਤੋਂ ਕਿਸ ਅਕੋਰਡਿੰਗ ਕੀਤੀ ਜਾਂਦੀ ਹੈ। ਉਹਨਾਂ ਸਾਰੇ ਨਿਯਮਾਂ ਦਾ ਸਮੂਹ ਕਾਹਦੇ ਵਿੱਚ ਮਿਲਦਾ ਹੈ? ਸੰਵਿਧਾਨ ਵਿੱਚ ਮਿਲਦਾ ਹੈ। ਸੋ ਇਨ ਸ਼ਾਰਟ ਡਾਇਸੀ ਦੇ ਅਕੋਰਡਿੰਗ ਕੀ ਹੈ ਕਿ ਚਾਹੇ ਪ੍ਰਤੱਖ ਹੈ ਚਾਹੇ ਅਪ੍ਰਤੱਖ ਨਿਯਮ ਆ, ਉਹ ਨਿਯਮ ਜਿਨ੍ਹਾਂ ਦੇ ਦੁਆਰਾ ਸਰਕਾਰ ਨੇ ਕੀ ਆਪਦੀ ਸ਼ਕਤੀਆਂ ਦੀ ਵੰਡ ਕਰਨੀ ਹੈ ਜਾਂ ਸਰਕਾਰ ਨੇ ਕੀ ਆਪਦੀ ਸੱਤਾ ਚਲਾਉਣੀ ਹੈ, ਆਪਦੀ ਸਰਕਾਰ ਚਲਾਉਣੀ ਆ, ਉਹ ਸਾਰੇ ਨਿਯਮ ਕਾਹਦੇ ਵਿੱਚ ਮਿਲਦੇ ਆ? ਸੰਵਿਧਾਨ ਦੇ ਵਿੱਚ ਮਿਲਦੇ ਆ। ਨੈਕਸਟ ਦੇਖੋ ਸੋ ਬੇਸਿਕਲੀ ਜਿਹੜੀਆਂ ਆਪਾਂ ਪਰਿਭਾਸ਼ਾਵਾਂ ਪੜ੍ਹੀਆਂ ਉਹਨਾਂ ਦੇ ਅਕੋਰਡਿੰਗ ਆਪਾਂ ਨੂੰ ਇੰਨਾ ਪਤਾ ਲੱਗ ਗਿਆ ਕਿ ਜੋ ਸੰਵਿਧਾਨ ਹੈ ਉਹ ਕੀ ਹੈ? ਇੱਕ ਤਰ੍ਹਾਂ ਦੇ ਕੀ ਹੈ? ਨਿਯਮ ਆ, ਜਿਹਦੇ ਵਿੱਚ ਕੀ ਹੈ? ਪਰੰਪਰਾਵਾਂ ਹੈ, ਕਿਸ ਅਕੋਰਡਿੰਗ ਆਪਾਂ ਦੇਸ਼ ਚਲਾਉਣਾ ਸਰਕਾਰ ਨੇ, ਕਿਹੜੇ ਪ੍ਰਜਾ ਦੇ ਅਧਿਕਾਰ ਹੈ, ਕਿਵੇਂ ਸ਼ਕਤੀਆਂ ਦੀ ਵੰਡ ਕੀਤੀ ਜਾਊਗੀ, ਕਿਵੇਂ ਆਪਾਂ ਆਪਦੀ ਪ੍ਰਭੂ ਸੱਤਾ ਨੂੰ ਕਾਇਮ ਰੱਖਣਾ ਹੈ, ਤੇ ਜਿਹੜੀ ਸਰਕਾਰ ਆ ਉਹਨੇ ਕਿਵੇਂ ਸ਼ਕਤੀਆਂ ਦੀ ਵੰਡ ਕਰਨੀ ਆ, ਉਹ ਸਾਰਾ ਕੁਝ ਕੀ ਹੈ? ਸੰਵਿਧਾਨ ਦੇ ਵਿੱਚ ਕੀ ਹੈ? ਲਿਖਿਆ ਹੋਇਆ। ਤੇ ਇਹ ਸਾਰੀਆਂ ਚੀਜ਼ਾਂ ਕਿ ਸਰਕਾਰ ਨੇ ਦੇਸ਼ ਕਿਵੇਂ ਚਲਾਉਣਾ ਹੈ, ਸਰਕਾਰ ਦੇ ਪ੍ਰਜਾ ਦੇ ਪ੍ਰਤੀ ਕੀ ਕੰਮ ਹੈ ਨਾ, ਤੇ ਪ੍ਰਜਾ ਦੇ ਕੀ ਅਧਿਕਾਰ ਹੈ, ਉਹ ਸਾਰਾ ਕੁਝ ਕੀ ਹੈ? ਸੰਵਿਧਾਨ ਦੇ ਅਕੋਰਡਿੰਗ ਹੀ ਚੱਲਦਾ ਹੈ। ਹੁਣ ਦੇਖੋ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਆਪਣਾ ਦੇਸ਼ ਕੀ ਹੈ? ਗੁਲਾਮ ਸੀ ਅੰਗਰੇਜ਼ਾਂ ਦਾ, ਹੈ ਨਾ। ਆਪਾਂ ਕਾਫੀ ਉਹ ਸੁਤੰਤਰਤਾ ਸੰਗਰਾਮ ਚੱਲੇ ਆ, ਬਹੁਤ ਸਾਰੀਆਂ ਲੜਾਈਆਂ ਹੋਈਆਂ। ਉਸ ਤੋਂ ਬਾਅਦ ਕੀ ਆਪਾਂ ਨੂੰ ਆਜ਼ਾਦੀ ਮਿਲੀ ਹੈ। ਤਾਂ ਸਭ ਤੋਂ ਪਹਿਲਾਂ 1935 ਈਸਵੀ ਵਿੱਚ ਕਾਂਗਰਸ ਨੇ ਕੀ ਹੈ? ਸੰਵਿਧਾਨ ਦੀ ਮੰਗ ਰੱਖੀ ਸੀ। ਅੰਗਰੇਜ਼ੀ ਸਰਕਾਰ ਸੀ ਉਦੋਂ, ਤੇ ਅੰਗਰੇਜ਼ੀ ਸਰਕਾਰ ਨੂੰ ਆਪਾਂ ਮਜਬੂਰ ਕਰ ਦਿੱਤਾ ਸੀ, ਹੈ ਨਾ, ਭਾਰਤੀਆਂ ਨੇ, ਕਿ ਉਹ ਮਤਲਬ ਆਜ਼ਾਦ ਕਰ ਦੇਣ ਸਾਨੂੰ। ਤਾਂ ਉਸ ਤੋਂ ਪਹਿਲਾਂ ਹੀ 1935 ਵਿੱਚ ਹੀ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਕੀ ਹੈ? ਮੰਗ ਕੀਤੀ ਸੀ ਸੰਵਿਧਾਨ ਦੀ। ਸੋ ਉਸ ਤੋਂ ਬਾਅਦ 1940 ਦੇ ਵਿੱਚ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨੇ ਕੀ ਸੀ? ਜਿਹੜਾ ਆਪਣਾ ਮੰਗ ਪੱਤਰ ਸੀਗਾ ਸੰਵਿਧਾਨ ਦਾ ਉਹ ਸਵੀਕਾਰ ਕਰ ਲਿਆ ਸੀ, ਜਿਹਨੂੰ ਕੀ ਹੈ? ਔਗਸਤ ਆਫਰ ਕਿਹਾ ਜਾਂਦਾ ਹੈ। ਜਦੋਂ ਉਹਨਾਂ ਨੇ ਸਵੀਕਾਰ ਕਰ ਲਿਆ ਉਸ ਤੋਂ ਬਾਅਦ 19 ਨਵੰਬਰ 1946 ਈਸਵੀ ਨੂੰ ਸੰਵਿਧਾਨ ਸਭਾ ਦੀ ਕੀ ਹੈ? ਸਥਾਪਨਾ ਕੀਤੀ ਗਈ। ਸੰਵਿਧਾਨ ਸਭਾ ਕੀ ਸੀ? ਜਿਹੜੀ ਸਭਾ ਨੇ ਮਿਲ ਕੇ ਕੀ ਹੈ? ਸੰਵਿਧਾਨ ਨੂੰ ਬਣਾਉਣਾ ਸੀ ਕਿ ਕਿਹੜੀਆਂ ਚੀਜ਼ਾਂ ਸੰਵਿਧਾਨ ਵਿੱਚ ਹੋਣੀਆਂ ਚਾਹੀਦੀਆਂ, ਕਿਹੜੇ ਨਿਯਮ ਹੋਣੇ ਚਾਹੀਦੇ ਆ, ਕਿਹੜੇ ਕਾਨੂੰਨ ਹੋਣੇ ਚਾਹੀਦੇ ਆ, ਕਿਹੜੇ ਅਧਿਕਾਰ ਹੋਣੇ ਚਾਹੀਦੇ ਆ, ਕਿਹੜੇ ਕਰਤੱਵ ਹੋਣੇ ਚਾਹੀਦੇ ਆ। ਇਹ ਸਾਰਾ ਕੁਝ ਜਿਹੜੀ ਸਭਾ ਨੇ ਮਿਲ ਕੇ ਡਿਸਾਈਡ ਕਰਨਾ ਸੀ, ਉਹਨੂੰ ਕੀ ਸੰਵਿਧਾਨ ਸਭਾ ਦਾ ਨਾਮ ਦਿੱਤਾ ਗਿਆ। ਸੰਵਿਧਾਨ ਸਭਾ ਦੀ ਸਥਾਪਨਾ ਕਦੋਂ ਹੋਈ? 19 ਨਵੰਬਰ 1946 ਨੂੰ। ਕਿਸ ਤਰ੍ਹਾਂ ਹੋਈ? ਚੋਣ ਅਪ੍ਰਤੱਖ ਵਿਧੀ ਨਾਲ ਹੋਈ। ਅਪ੍ਰਤੱਖ ਚੋਣ ਨਾਲ ਪ੍ਰਾਂਤਕ ਵਿਧਾਨ ਪਾਲਿਕਾ ਦੇ ਮੈਂਬਰਾਂ ਦੁਆਰਾ ਕੀਤੀ ਗਈ। ਯਾਨੀ ਉਸ ਟਾਈਮ ਜਿਹੜੇ ਪ੍ਰਾਂਤਾਂ ਦੀਆਂ ਵਿਧਾਨ ਪਾਲਿਕਾਵਾਂ ਸੀ ਉਹਨਾਂ ਦੇ ਵਿੱਚੋਂ ਮੈਂਬਰਾਂ ਦੀ ਕੀ ਆ? ਚੋਣ ਕੀਤੀ ਗਈ ਸੰਵਿਧਾਨ ਸਭਾ ਦੇ ਮੈਂਬਰਾਂ ਦੀ। ਨੈਕਸਟ ਦੇਖੋ ਸੰਵਿਧਾਨ ਸਭਾ ਦੇ ਕੁੱਲ 399 ਮੈਂਬਰ ਸਨ। 292 ਮੈਂਬਰ ਕਿਹੜੇ ਸੀ? ਜਿਹੜੇ ਪ੍ਰਾਂਤਾਂ ਦੀਆਂ ਵਿਧਾਨ ਪਾਲਿਕਾਵਾਂ ਦੇ ਮੈਂਬਰਾਂ ਵਿੱਚੋਂ ਲਏ ਗਏ ਸੀ। 93 ਮੈਂਬਰ ਕਿਹੜੇ ਸੀ? ਜਿਹੜੇ ਦੇਸੀ ਰਿਆਸਤਾਂ ਦੇ ਵੱਲੋਂ ਨਾਮਜ਼ਦ ਕੀਤੇ ਗਏ ਸੀ। ਯਾਨੀ ਕੁਝ ਪ੍ਰਾਂਤਾਂ ਦੇ ਵਿੱਚ ਕਿਸੇ ਛੋਟੀਆਂ ਰਿਆਸਤਾਂ ਬਣੀਆਂ ਹੋਈਆਂ ਸੀ, ਉਹਨਾਂ ਰਿਆਸਤਾਂ ਦੇ ਵਿੱਚੋਂ ਕੀ ਹੈ 93 ਜਿਹੜੇ ਸੀਗੇ ਵਿਧਾਨ ਸਭਾ ਦੇ ਮੈਂਬਰ ਲਏ ਗਏ। 292 ਪ੍ਰਾਂਤਾਂ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਸੀ ਪਾਲਿਕਾਵਾਂ ਸੀ ਉਹਨਾਂ ਦੇ ਮੈਂਬਰ ਲਏ ਗਏ, ਤੇ 4 ਮੈਂਬਰ ਜਿਹੜੇ ਚੀਫ ਕਮਿਸ਼ਨਰ ਦੇ ਅੰਡਰ ਖੇਤਰ ਆਉਂਦੇ ਸੀ ਉਹਨਾਂ ਤੋਂ ਲਏ ਗਏ। ਸੋ 292 93 + 4 399 ਟੋਟਲ ਮੈਂਬਰ ਕੀ ਆਪਣੀ ਸੰਵਿਧਾਨ ਸਭਾ ਦੇ ਸੀ। ਇਹਨਾਂ ਸੀਟਾਂ ਦੀ ਵੰਡ ਕਿਸ ਆਧਾਰ ਤੇ ਕੀਤੀ ਗਈ ਸੀ? ਇਹਨਾਂ ਸੀਟਾਂ ਦੀ ਵੰਡ ਮੁਸਲਿਮ, ਸਿੱਖ ਅਤੇ ਜਨਰਲ 3 ਵਰਗਾਂ ਦੇ ਵਿੱਚ ਕੀਤੀ ਗਈ ਸੀ। ਵੈਸੇ ਮੁਸਲਿਮ, ਸਿੱਖ, ਹਿੰਦੂ ਦੇ ਅਕੋਰਡਿੰਗ ਕਰਨੀ ਚਾਹੀਦੀ ਹੈ, ਬਟ ਉਸ ਟਾਈਮ ਹਿੰਦੂਆਂ ਨੂੰ, ਈਸਾਈਆਂ ਨੂੰ ਸ਼ਾਇਦ ਜਨਰਲ ਕੈਟੇਗਰੀ ਦੇ ਵਿੱਚ ਹੀ ਕੰਸੀਡਰ ਕੀਤਾ ਜਾਂਦਾ ਸੀ।
ਸੋ ਜਿਹੜੀਆਂ ਇਹ 399 ਸੀਟਾਂ ਸੀਗੀਆਂ ਸੰਵਿਧਾਨ ਸਭਾ ਦੀਆਂ, ਇਹਨਾਂ ਨੂੰ ਕਿਵੇਂ ਵੰਡਿਆ ਗਿਆ? ਮੁਸਲਿਮ, ਸਿੱਖ ਤੇ ਜਨਰਲ, ਤਿੰਨਾਂ ਕੈਟਾਗਰੀਜ਼ ਦੇ ਲੋਕਾਂ ਨੂੰ ਇਹਦੇ ਵਿੱਚ ਕੀ ਹੈ ਸੰਵਿਧਾਨ ਸਭਾ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤਿੰਨਾਂ ਕੈਟਾਗਰੀਜ਼ ਕਹਿ ਲਓ ਜਾਂ ਤਿੰਨਾਂ ਧਰਮਾਂ ਕਹਿ ਲਓ ਜਾਂ ਜਿੰਨੇ ਵੀ ਧਰਮ ਸੀ ਉਸ ਟਾਈਮ, ਉਹਨਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਕੀ ਹੈ ਇਹਦੇ ਸੰਵਿਧਾਨ ਸਭਾ ਦੇ ਵਿੱਚ ਕੀ ਹੈ ਸ਼ਾਮਿਲ ਕੀਤਾ ਗਿਆ। ਨੈਕਸਟ ਦੇਖੋ, ਇਹਨਾਂ ਸੀਟਾਂ ਦੀ ਵੰਡ ਆਬਾਦੀ ਦੇ ਆਧਾਰ ਤੇ ਕੀਤੀ ਗਈ। ਇੱਕ ਸੀਟ ਲਈ ਔਸਤਨ 10 ਲੱਖ ਆਬਾਦੀ ਨਿਰਧਾਰਿਤ ਕੀਤੀ ਗਈ, ਯਾਨੀ ਕਿ ਉਸ ਟਾਈਮ ਜਿੰਨੀ ਆਬਾਦੀ ਸੀ ਉਹਨਾਂ ਨੂੰ ਕੀ ਹੈ ਇਹਨਾਂ ਸੀਟਾਂ ਦੇ ਆਬਾਦੀ ਦੇ ਆਧਾਰ ਤੇ ਇਹਨਾਂ ਸੀਟਾਂ ਦੀ ਕੀ ਹੈ ਵੰਡ ਕੀਤੀ ਗਈ, ਯਾਨੀ 10 ਲੱਖ ਲੋਕਾਂ ਦੇ ਪਿੱਛੇ ਕੀ ਹੈ ਇੱਕ ਸੀਟ ਰੱਖੀ ਗਈ। ਯਾਨੀ ਜਿਹੜੇ 399 ਮੈਂਬਰ ਹੈ ਉਹ 399 ਮੈਂਬਰ ਦਾ ਇੱਕ ਮੈਂਬਰ ਕੀ ਹੈ 10 ਲੱਖ ਲੋਕਾਂ ਨੂੰ ਕੀ ਹੈ ਰਿਪਰੈਜ਼ੈਂਟ ਕਰਦਾ ਸੀ। ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਸੰਵਿਧਾਨ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਿਹੜੀ ਸੰਵਿਧਾਨ ਸਭਾ ਸੀ ਉਹਨਾਂ ਦੇ ਪ੍ਰਧਾਨ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਨਿਯੁਕਤ ਕੀਤਾ ਗਿਆ। ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਸੰਵਿਧਾਨ ਦਾ ਮਸੌਦਾ ਲਿਖਣ ਵਾਲੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਯਾਨੀ ਜਿਹੜੀ ਸੰਵਿਧਾਨ ਨੂੰ ਲਿਖਣ ਵਾਲੀ ਜਿਹੜੀ ਡਰਾਫਟਿੰਗ ਕਮੇਟੀ ਸੀ ਹੈ ਨਾ, ਜਿਹਨੇ ਡਰਾਫਟ ਕਰਨਾ ਸੀ ਸੰਵਿਧਾਨ ਦਾ ਤਿਆਰ, ਜਿਹਨੇ ਸੰਵਿਧਾਨ ਨੂੰ ਲਿਖਣਾ ਸੀ, ਇਨ ਰਿਟਨ ਫਾਰਮ ਪੇਸ਼ ਕਰਨਾ ਸੀ, ਉਸ ਕਮੇਟੀ ਦਾ ਪ੍ਰਧਾਨ ਕਿਹਨੂੰ ਬਣਾਇਆ ਗਿਆ? ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਬਣਾਇਆ ਗਿਆ। ਬਟ ਜਿਹੜੀ ਟੋਟਲ ਸਾਰੀ ਸੰਵਿਧਾਨ ਸਭਾ ਸੀ ਉਹਨਾਂ ਦੇ ਪ੍ਰਧਾਨ ਕੌਣ ਸੀ? ਡਾਕਟਰ ਰਾਜਿੰਦਰ ਪ੍ਰਸਾਦ ਜੀ ਸੀ। 3 ਜੂਨ 1947 ਨੂੰ ਲਾਰਡ ਮਾਊਂਟਬੈਟਨ ਪਲਾਨ ਦੇ ਅਨੁਸਾਰ ਭਾਰਤ ਦੀ ਵੰਡ ਦੀ ਘੋਸ਼ਣਾ ਹੋ ਗਈ। ਸੋ ਭਾਰਤ ਦੀ ਜਿਹੜੀ ਵੰਡ ਸੀ ਕਿ ਭਾਰਤ ਨੂੰ 2 ਭਾਗਾਂ ਦੇ ਵਿੱਚ ਵੰਡਣਾ, ਇੱਕ ਹਿੰਦੁਸਤਾਨ ਤੇ ਇੱਕ ਪਾਕਿਸਤਾਨ ਦੇ ਵਿੱਚ ਵੰਡਣ ਦੀ ਜਿਹੜੀ ਮੰਗ ਸੀ ਉਹ ਲਾਰਡ ਮਾਊਂਟਬੈਟਨ ਪਲਾਨ ਦੇ ਅਕੋਰਡਿੰਗ ਹੋਈ ਸੀ। ਸੋ 3 ਜੂਨ 1947 ਨੂੰ ਆਪਣੀ ਕਿਸੇ ਭਾਰਤ ਦੀ ਵੰਡ ਦੀ ਘੋਸ਼ਣਾ ਹੋ ਗਈ। ਬਟ ਜਿਹੜੀ ਸੰਵਿਧਾਨ ਸਭਾ ਸੀ ਉਹ ਕੀ ਵੰਡ ਤੋਂ ਪਹਿਲਾਂ ਤਿਆਰ ਹੋ ਗਈ ਸੀ। ਯਾਨੀ ਉਹਦੇ ਵਿੱਚ ਕੀ ਸੀ, ਜਿਹੜਾ ਹੁਣ ਵਾਲਾ ਹਿੰਦੁਸਤਾਨ ਹੈ ਯਾਨੀ ਵੰਡ ਤੋਂ ਬਾਅਦ ਵਾਲਾ ਹਿੰਦੁਸਤਾਨ ਤੇ ਪਾਕਿਸਤਾਨ ਦੋਨਾਂ ਵਰਗਾਂ ਦੇ ਕੀ ਸੀ ਲੋਕ ਸੀ, ਯਾਨੀ ਸਾਰੇ ਧਰਮਾਂ ਦੇ ਹੀ ਲੋਕ ਸੀ। ਸੋ ਜਿਹੜੇ 399 ਲੋਕ ਸੀ ਸੰਵਿਧਾਨ ਸਭਾ ਦੇ ਮੈਂਬਰ ਸੀ ਉਹ ਕਿਸੇ ਵੰਡ ਤੋਂ ਪਹਿਲਾਂ ਦੇ ਸੀ। ਸੋ ਜਦੋਂ ਵੰਡ ਦੀ ਘੋਸ਼ਣਾ ਕਰ ਦਿੱਤੀ ਗਈ ਤਾਂ ਨਵਾਂ ਦੇਸ਼ ਉਹਨਾਂ ਨੇ ਪਾਕਿਸਤਾਨ ਬਣਾਉਣਾ ਸੀ ਹੈ ਨਾ। ਸੋ ਉਸ ਲਈ ਕੀ ਹੈ ਨਵੀਂ ਸੰਵਿਧਾਨ ਸਭਾ ਦੀ ਕੀ ਹੈ ਘੋਸ਼ਣਾ ਕੀਤੀ ਗਈ। ਸੋ ਨਵੀਂ ਸੰਵਿਧਾਨ ਸਭਾ ਦੀ ਜਦੋਂ ਘੋਸ਼ਣਾ ਕੀਤੀ ਗਈ ਤਾਂ ਕੀ ਸੀਗਾ ਕਿ ਆਪਣੇ ਜਿਹੜੇ ਭਾਰਤੀ ਸੰਵਿਧਾਨ ਸਭਾ ਦੇ ਮੈਂਬਰ ਸੀ ਉਹ ਉਹਨਾਂ ਦੀ ਗਿਣਤੀ ਕਿੰਨੀ ਰਹਿ ਗਈ ਸੀ? 299। ਇੱਥੇ ਲਿਖਣਾ ਰਹਿ ਗਿਆ ਕਿ ਪਾਕਿਸਤਾਨ ਜਦੋਂ ਪਾਕਿਸਤਾਨ ਅਲੱਗ ਹੋ ਗਿਆ, ਯਾਨੀ ਜਦੋਂ ਆਪਣੇ ਦੇਸ਼ ਦੀ ਪਾਰਟੀਸ਼ਨ ਹੋ ਗਈ, ਉਸ ਟਾਈਮ ਕੀ ਸੀ 399 ਤੋਂ ਆਪਣੇ ਭਾਰਤੀ ਜਿਹੜੇ ਸੰਵਿਧਾਨ ਦੇ ਮੈਂਬਰ ਰਹਿ ਗਏ ਸੀ 299 ਰਹਿ ਗਏ ਸੀ। ਬਾਕੀ ਜਿਹੜੇ ਮੈਂਬਰ ਸੀ ਉਹ ਕਿਸੇ ਪਾਕਿਸਤਾਨੀ ਵਾਲੇ ਤਰਫ ਚਲੇ ਗਏ ਸੀ। ਸੋ ਪਾਕਿਸਤਾਨ ਦੇ ਹਿੱਸੇ ਵਿੱਚ ਜਾਣ ਵਾਲੇ ਜਿਹੜੇ ਖੇਤਰ ਸੀ ਉਹ ਕਿਹੜੇ ਸੀ? ਪੱਛਮੀ ਪੰਜਾਬ, ਪੂਰਬੀ ਬੰਗਾਲ, ਉੱਤਰ ਪੱਛਮੀ ਸਰਹੱਦ ਪ੍ਰਾਂਤ, ਸਿੰਧ, ਬਲੋਚਿਸਤਾਨ ਤੇ ਅਸਾਮ ਦਾ ਸਿਲਹਟ ਜ਼ਿਲ੍ਹਾ। ਜਿਹੜਾ ਆਹ ਸਾਰਾ ਆਪਣਾ ਪਾਰਟ ਸੀ ਇੰਡੀਆ ਦਾ ਉਹ ਕਿੱਧਰ ਚਲਾ ਗਿਆ? ਪਾਕਿਸਤਾਨ ਵਿੱਚ ਚਲਾ ਗਿਆ। ਲਿਖਿਆ ਹੋਇਆ ਹੈ ਕਿ ਵੰਡ ਤੋਂ ਬਾਅਦ ਭਾਰਤੀ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਆ? 299 ਹੀ ਰਹਿ ਗਈ ਸੀ। ਵੰਡ ਤੋਂ ਬਾਅਦ 299 ਰਹਿ ਗਈ ਸੀ। ਵੰਡ ਤੋਂ ਪਹਿਲਾਂ ਕਿੰਨੀ ਸੀ? 399 ਸੀ। ਸੋ ਬਾਕੀ ਜਿਹੜੇ ਲੋਕ ਸੀਗੇ ਉਹ ਕਿੱਧਰ ਚਲੇ ਗਏ? ਮੈਂਬਰ ਪਾਕਿਸਤਾਨ ਸਾਈਡ ਚਲੇ ਗਏ। ਨੈਕਸਟ ਦੇਖੋ, 26 ਨਵੰਬਰ 1949 ਨੂੰ ਸਭ ਵੰਡ ਹੋਣ ਤੋਂ ਬਾਅਦ ਜਿੰਨੇ ਵੀ ਮੈਂਬਰ ਰਹਿ ਗਏ ਸੀ 299 ਮੈਂਬਰ, ਉਹਨਾਂ ਨੇ ਮਿਲ ਕੇ ਕੀ ਹੈ ਜਿਹੜਾ ਸੰਵਿਧਾਨ ਸੀ ਉਹਨੂੰ ਤਿਆਰ ਕੀਤਾ। ਸੋ 26 ਨਵੰਬਰ 1949 ਈਸਵੀ ਨੂੰ ਜਿਹੜਾ ਸੰਵਿਧਾਨ ਹੈ ਉਹ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਕੀ ਹੈ ਦਸਤਖਤ ਕਰਕੇ ਪ੍ਰਵਾਨ ਕਰ ਲਿਆ ਸੀ। ਕਦੋਂ ਪ੍ਰਵਾਨ ਕੀਤਾ ਸੀ? 26 ਨਵੰਬਰ 1949 ਦੇ ਵਿੱਚ। ਯਾਨੀ 26 ਨਵੰਬਰ 1949 ਨੂੰ ਆਪਣਾ ਭਾਰਤੀ ਸੰਵਿਧਾਨ ਪੂਰੀ ਤਰ੍ਹਾਂ ਬਣ ਕੇ ਕੀ ਸੀ ਤਿਆਰ ਸੀ। ਸੰਵਿਧਾਨ ਸਭਾ ਦੇ ਮੈਂਬਰਾਂ ਨੇ ਉਹਦੇ ਤੇ ਦਸਤਖਤ ਕੀਤੇ ਤੇ ਉਹਨੂੰ ਪ੍ਰਵਾਨ ਕਰ ਲਿਆ। ਸੰਵਿਧਾਨ ਦੇ ਨਿਰਮਾਣ ਵਿੱਚ 2 ਸਾਲ 11 ਮਹੀਨੇ ਤੇ 18 ਦਿਨਾਂ ਦਾ ਕੀ ਸੀ ਸਮਾਂ ਲੱਗਿਆ ਸੀ। 26 ਜਨਵਰੀ 1950 ਨੂੰ ਸੰਵਿਧਾਨ ਨੂੰ ਕੀ ਹੈ ਲਾਗੂ ਕੀਤਾ ਗਿਆ। ਦੇਖੋ 26 ਜਨਵਰੀ 1949 ਨੂੰ ਸੰਵਿਧਾਨ ਕੀ ਹੈ ਤਿਆਰ ਸੀ ਬਣ ਕੇ, ਬਟ ਫਿਰ ਵੀ ਨਵੰਬਰ ਦੀ ਜਗ੍ਹਾ ਉਸੇ ਟਾਈਮ ਦੀ ਜਗ੍ਹਾ ਕੀ ਹੈ ਜਨਵਰੀ ਦੇ ਵਿੱਚ
ਉਹਨੂੰ ਕੀ ਹੈ ਲਾਗੂ ਕੀਤਾ ਗਿਆ, ਯਾਨੀ 2 ਮਹੀਨੇ ਬਾਅਦ ਕੀ ਹੈ ਲਾਗੂ ਕੀਤਾ ਗਿਆ। ਸੋ ਇਹ ਡਿਫਰੈਂਸ ਉਹਨਾਂ ਨੇ ਕਿਉਂ ਪਾਇਆ, ਬਿਕਾਜ਼ 1930 ਈਸਵੀ ਵਿੱਚ ਹੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕੀ ਹੈ ਆਜ਼ਾਦ ਭਾਰਤ ਦੀ ਮੰਗ ਕੀਤੀ ਸੀ। ਸੋ 1930 ਤੋਂ ਹੀ 26 ਜਨਵਰੀ ਨੂੰ ਐਜ਼ ਅ ਇੰਡੀਪੈਂਡੈਂਸ ਡੇ ਕੀ ਸੀ ਹਿੰਦੁਸਤਾਨੀ ਜਿਹੜੇ ਸੀ ਸੈਲੀਬ੍ਰੇਟ ਕਰਦੇ ਸੀ। ਸੋ ਇਹਨਾਂ ਨੇ ਵੇਟ ਕੀਤੀ ਕਿ ਅਸੀਂ 26 ਜਨਵਰੀ ਨੂੰ ਹੀ ਕੀ ਹੈ ਸੰਵਿਧਾਨ ਲਾਗੂ ਕਰਾਂਗੇ। ਸੋ 26 ਜਨਵਰੀ 1950 ਨੂੰ ਕੀ ਹੈ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਭਾਰਤੀ ਸੰਵਿਧਾਨ ਦੇ ਪਿਤਾਮਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਕਿਹਾ ਜਾਂਦਾ ਹੈ, ਕਿਉਂਕਿ ਭਾਰਤੀ ਸੰਵਿਧਾਨ ਲਿਖਣ ਵਿੱਚ ਬਣਾਉਣ ਵਿੱਚ ਅੱਜ ਆਪਣੇ ਭਾਰਤੀ ਸੰਵਿਧਾਨ ਦੀ ਜੋ ਸ਼ੇਪ ਹੈ, ਜੋ ਉਹਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ, ਉਹਨਾਂ ਸਾਰੀਆਂ ਚੀਜ਼ਾਂ ਦਾ ਕ੍ਰੈਡਿਟ ਕੀ ਹੈ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਹੀ ਦਿੱਤਾ ਜਾਂਦਾ ਹੈ। ਸੋ ਭਾਰਤੀ ਸੰਵਿਧਾਨ ਦੇ ਪਿਤਾਮਾ ਜਾਂ ਫਾਦਰ ਆਫ ਆਰ ਇੰਡੀਅਨ ਕੌਨਸਟੀਟਿਊਸ਼ਨ ਕਿਹਨਾਂ ਨੂੰ ਕਿਹਾ ਜਾਂਦਾ ਹੈ, ਡਾਕਟਰ BR ਅੰਬੇਦਕਰ ਜੀ ਨੂੰ ਕਿਹਾ ਜਾਂਦਾ ਹੈ। ਸੋ ਆਪਾਂ ਪਿੱਛੇ ਪੜ੍ਹਿਆ ਕਿ ਜਿਹੜੀ ਮਸੌਦਾ ਕਮੇਟੀ ਸੀ, ਡਰਾਫਟਿੰਗ ਕਮੇਟੀ ਸੀ, ਉਹਨਾਂ ਦੇ ਹੈੱਡ, ਉਹਨਾਂ ਦੇ ਜੋ ਪ੍ਰਧਾਨ ਸੀ ਉਹ ਡਾਕਟਰ BR ਅੰਬੇਦਕਰ ਜੀ ਸੀ। ਸੋ ਜਿਹੜੀ 7 ਮੈਂਬਰੀ ਮਸੌਦਾ ਕਮੇਟੀ ਸੀ ਉਹਦੇ ਵਿੱਚ ਆ ਜੋ ਨੇਮ ਲਿਖਿਆ ਇਹ 7 ਮੈਂਬਰ ਸੀ, ਕਿਹੜੇ ਡਾਕਟਰ BR ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਡਾਕਟਰ ਰਾਜਿੰਦਰ ਪ੍ਰਸਾਦ, ਆਚਾर्य JB कृपालानी, ਅਬਦੁਲ ਕਲਾਮ ਐਂਡ TT ਕ੍ਰਿਸ਼ਮਾਚਾਰੀ। ਇਹ ਸਾਰੇ ਜੋ ਸੀਗੇ ਇਹ ਕੀ ਸੀਗੇ ਆਪਣੀ 7 ਮੈਂਬਰੀ ਜੋ ਮਸੌਦਾ ਕਮੇਟੀ ਸੀ ਉਹਦੇ ਕੀ ਸੀਗੇ ਇਹ ਮੈਂਬਰ ਸੀ 7 ਮੈਂਬਰ, ਜਿਨ੍ਹਾਂ ਦੇ ਹੈੱਡ ਕੌਣ ਸੀ ਡਾਕਟਰ BR ਅੰਬੇਦਕਰ ਜੀ। ਇੱਥੇ ਨਾ ਅਬਦੁਲ ਕਲਾਮ ਦੀ ਜਗ੍ਹਾ ਮੌਲਾਨਾ ਅਬਦੁਲ ਕਲਾਮ ਆਜ਼ਾਦ ਹੈ। ਸੋ ਇਹ ਮਿਸਪ੍ਰਿੰਟ ਹੈ, ਮੌਲਾਨਾ ਅਬਦੁਲ ਕਲਾਮ ਆਜ਼ਾਦ, ਇਹ ਗਲਤ ਪ੍ਰਿੰਟ ਹੋਇਆ, ਮੌਲਾਨਾ ਅਬਦੁਲ ਕਲਾਮ ਆਜ਼ਾਦ ਹੈ। ਇਹਨੂੰ ਧਿਆਨ ਵਿੱਚ ਰੱਖਣਾ ਕਿ ਅਬਦੁਲ ਕਲਾਮ ਜੀ ਨਹੀਂ ਹੈ, ਸਿਰਫ ਮੌਲਾਨਾ ਅਬਦੁਲ ਕਲਾਮ ਆਜ਼ਾਦ ਹੈ ਜੋ ਇਸ ਟਾਈਮ ਮਸੌਦਾ ਕਮੇਟੀ ਦੇ ਮੈਂਬਰ ਸੀ। ਸੋ ਅੱਜ ਲਈ ਇੰਨਾ ਹੀ ਸਟੂਡੈਂਟਸ। ਕੱਲ੍ਹ ਆਪਾਂ ਪੜ੍ਹਾਂਗੇ ਕਿ ਆਪਣਾ ਜੋ ਸੰਵਿਧਾਨ ਹੈ ਉਹ ਕਿਵੇਂ ਬਣਿਆ, ਯਾਨੀ ਕਿਵੇਂ ਬਣਿਆ ਤਾਂ ਚਲੋ ਆਪਾਂ ਪੜ੍ਹ ਹੀ ਲਿਆ ਹੈ ਕਿ ਕਿਸ ਦੇਸ਼ ਦੇ ਪਾਰਟਸ ਨੂੰ ਆਪਣੇ ਸੰਵਿਧਾਨ ਦੇ ਵਿੱਚ ਇਨਕਲੂਡ ਕੀਤਾ ਗਿਆ। ਡਾਕਟਰ BR ਅੰਬੇਦਕਰ ਜੀ ਨੇ ਕਿਹੜੀਆਂ ਚੀਜ਼ਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ। ਆਪਣੇ ਸੰਵਿਧਾਨ ਦੇ ਵਿੱਚ ਆਪਣੀ ਜੋ ਪ੍ਰੀਐਂਬਲ ਹੈ ਉਹਦੇ ਤੋਂ ਸਟਾਰਟ ਹੋ ਕੇ ਜੋ ਸੰਵਿਧਾਨ ਦੇ ਵਿੱਚ ਆਪਣੇ ਫੰਡਾਮੈਂਟਲ ਰਾਈਟਸ ਹੈ, ਫੰਡਾਮੈਂਟਲ ਡਿਊਟੀਜ਼ ਹੈ, ਪ੍ਰਿੰਸੀਪਲਸ ਹੈ, ਸਾਰਿਆਂ ਬਾਰੇ ਆਪਾਂ ਕੱਲ੍ਹ ਪੜ੍ਹਾਂਗੇ। ਅੱਜ ਲਈ ਇੰਨਾ ਹੀ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਲੈਕਚਰ ਅੱਛਾ ਲੱਗਿਆ ਹੋਵੇਗਾ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਅੱਜ ਦਾ ਲੈਕਚਰ ਕਿਵੇਂ ਲੱਗਿਆ। ਕੋਈ ਕੁਐਰੀ ਹੋਈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਫਿਰ ਸਾਨੂੰ WhatsApp 'ਤੇ ਵੀ ਕੰਟੈਕਟ ਕਰ ਸਕਦੇ ਹੋ। ਸੋ ਮਿਲਦੇ ਹਾਂ ਸਟੂਡੈਂਟਸ ਕੱਲ੍ਹ ਇੱਕ ਨਵੇਂ ਲੈਕਚਰ ਦੇ ਨਾਲ।